ਤਾਂ ਅਰਵਿੰਦ ਕੇਜਰੀਵਾਲ ਨੇ ਖੁਦ ਨੂੰ ਆਈਸੋਲੇਟ ਕੀਤਾ ਤੇ ਇਸ ਵਿਚਾਲੇ ਹੁਣ ਉਹਨਾਂ ਦਾ ਕਰੋਨਾ ਟੈਸਟ ਹੋਵੇਗਾ। ਉਸ ਤੋਂ ਬਾਅਦ ਸਾਫ਼ ਹੋਵੇਗੀ ਕਿ ਪਿਕਚਰ ਆਖਿਰ ਹੈ ਕੀ, ਜਿਹੜੇ ਉਹਨਾਂ ਦੇ ਵਿੱਚ ਲੱਛਣ ਪਾਏ ਜਾ ਰਹੇ ਨੇ। ਅੱਗੇ ਵਧਦੇ ਤੇ ਹੁਣ ਪੂਰੇ ਦੇਸ਼ ਦਾ ਅਪਡੇਟ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਪੂਰੇ ਦੇਸ਼ ਦੇ ਵਿੱਚ ਕਿੰਨੇ ਮਾਮਲੇ ਨੇ ਤੇ ਕਿੰਨੇ ਲੋਕ ਠੀਕ ਹੋ ਚੁੱਕੇ ਨੇ, ਮੌਤਾਂ ਦੀ ਗਿਣਤੀ ਕਿੰਨੀ ਹੈ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੂਰੇ ਦੇਸ਼ ਦਾ ਹੀ ਅੰਕੜਾ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਦੇਖਦੇ ਹਾਂ ਕਿ ਦੇਸ਼ ਦੇ ਵਿੱਚ ਹੁਣ ਤੱਕ ਕਿੰਨੇ ਕੇਸਿਸ ਹੋ ਚੁੱਕੇ ਨੇ। ਤਾਂ ਗਿਣਤੀ 2,56,000 ਤੋਂ ਪਾਰ ਹੋ ਚੁੱਕੀ ਹੈ। 2,56,611 ਮਾਮਲੇ ਇਸ ਸਮੇਂ ਕੋਰੋਨਾ ਦੇ ਪੂਰੇ ਦੇਸ਼ ਦੇ ਵਿੱਚ ਰਿਪੋਰਟ ਕੀਤੇ ਜਾ ਚੁੱਕੇ ਨੇ। ਹਾਲਾਂਕਿ ਤਕਰੀਬਨ 48-49% ਜਿਹੜੀ ਠੀਕ ਹੋਣ ਦੀ ਦਰ ਵੀ ਹੈ, ਕਿਉਂਕਿ ਤੁਸੀਂ ਅੰਕੜਾ ਦੇਖੋ 1,24,000 ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਨੇ। 1,24,429 ਲੋਕ ਹੁਣ ਤੱਕ ਕੋਰੋਨਾ ਨੂੰ ਮਾਤ ਦੇ ਚੁੱਕੇ ਨੇ। ਤੇ ਇਸ ਵਿਚਾਲੇ ਜੋ ਚਿੰਤਾ ਹੈ ਉਹ 7200 ਵਾਲਾ ਅੰਕੜਾ ਵਧਾ ਰਿਹਾ ਹੈ। ਜੀ ਮੌਤਾਂ ਪੂਰੇ ਦੇਸ਼ ਦੇ ਵਿੱਚ ਹੁਣ ਤੱਕ ਕੋਰੋਨਾ ਦੇ ਨਾਲ 7200 ਹੋ ਚੁੱਕੀਆਂ ਨੇ। 7200 ਲੋਕਾਂ ਦੀ ਮੌਤ ਕੋਰੋਨਾ ਦੀ ਵਜ੍ਹਾ ਦੇ ਨਾਲ ਪੂਰੇ ਦੇਸ਼ ਦੇ ਵਿੱਚ ਹੋ ਚੁੱਕੀ ਹੈ। ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿਉਂਕਿ ਸਵੇਰ ਦੇ ਸਮੇਂ ਤੁਸੀਂ ਸੁਣਿਆ ਹੋਵੇਗਾ ਕਿ 7135 ਅਸੀਂ ਵੀ ਤੁਹਾਨੂੰ ਦੱਸਿਆ ਸੀ, ਪਰ ਬਾਅਦ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ, ਕੇਂਦਰੀ ਸਿਹਤ ਵਿਭਾਗ ਦੇ ਵੱਲੋਂ ਡੇਟਾ ਬਦਲਿਆ ਗਿਆ, ਉਸ ਨੂੰ ਰਿਵਾਈਜ਼ ਕੀਤਾ ਗਿਆ ਤੇ ਹੁਣ 7200 ਦੱਸਿਆ ਜਾ ਰਿਹਾ ਕਿ ਪੂਰੇ ਦੇਸ਼ ਦੇ ਵਿੱਚ ਮੌਤਾਂ ਹੋ ਚੁੱਕੀਆਂ ਨੇ। ਤੇ ਪੂਰੇ ਦੇਸ਼ ਦਾ ਅੰਕੜਾ ਅਸੀਂ ਤੁਹਾਡੇ ਤੱਕ ਪਹੁੰਚਾਇਆ ਹੈ ਕਿ ਇਸ ਸਮੇਂ ਪੂਰੇ ਦੇਸ਼ ਦੇ ਵਿੱਚ ਕਿੰਨੇ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਤੇ ਜੋ ਚਿੰਤਾ ਵਧਾਉਣ ਵਾਲੀ ਗੱਲ ਇਹ ਹੈ ਕਿ 2.5 ਲੱਖ ਤੋਂ ਪਾਰ ਮਾਮਲੇ ਜਾ ਚੁੱਕੇ ਨੇ। 2.5 ਲੱਖ ਬਹੁਤ ਵੱਡੀ ਗਿਣਤੀ ਹੈ ਤੇ ਇਸ ਸਮੇਂ ਦੁਨੀਆ ਭਰ ਦੇ ਵਿੱਚ ਬਹੁਤ ਸਾਰੀਆਂ ਕੰਟਰੀਜ਼ ਪਿੱਛੇ ਹੋ ਚੁੱਕੀਆਂ ਨੇ, ਜਿਨ੍ਹਾਂ ਦਾ ਅਸੀਂ ਲਗਾਤਾਰ ਜ਼ਿਕਰ ਸੁਣ ਰਹੇ ਸੀ ਕਿ ਉਹਨਾਂ ਦੇ ਵਿੱਚ ਬਹੁਤ ਵੱਡਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਖੈਰ ਉਮੀਦ ਕਰਾਂਗੇ ਕਿ ਅਸੀਂ ਅਜੇ ਵੀ ਜੇਕਰ ਕੰਟਰੋਲ ਕਰ ਲਈਏ, ਕਿਉਂਕਿ ਹਿੰਦੁਸਤਾਨ ਦੀ ਆਬਾਦੀ ਚਾਹੇ ਉਹ ਸਪੇਨ ਹੋਵੇ, ਇਟਲੀ ਹੋਵੇ, ਅਮਰੀਕਾ ਹੋਵੇ, ਉਹਨਾਂ ਤੋਂ ਕਿਤੇ ਜ਼ਿਆਦਾ ਹੈ। ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ 3 ਦਿਨਾਂ ਦੇ ਵਿੱਚ ਜਿਹੜੇ ਨਵੇਂ ਕੇਸ ਰਿਪੋਰਟ ਕੀਤੇ ਗਏ ਨੇ ਉਹ ਕਿਹੜੇ-ਕਿਹੜੇ ਨੇ। ਜੀ 3 ਦਿਨਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ 7 ਜੂਨ ਦੀ ਕਰਾਂਗੇ। 9983 ਮਾਮਲੇ ਰਿਪੋਰਟ ਕੀਤੇ ਗਏ ਨੇ 24 ਘੰਟਿਆਂ ਦੇ ਵਿੱਚ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ ਜੋ ਲਾਜ਼ਮੀ ਤੌਰ ਤੇ ਚਿੰਤਾ ਨੂੰ ਵਧਾਉਣ ਵਾਲਾ। ਇਸੇ ਤਰ੍ਹਾਂ 6 ਜੂਨ ਨੂੰ 9971, 5 ਜੂਨ ਨੂੰ 9887 ਮਾਮਲੇ ਰਿਪੋਰਟ ਕੀਤੇ ਗਏ। ਇਸ ਤੋਂ ਬਾਅਦ ਅਸੀਂ ਰੁਕ ਕਰਾਂਗੇ ਕਿ ਪਿਛਲੇ 3 ਦਿਨਾਂ ਦੇ ਵਿੱਚ ਮੌਤਾਂ ਦਾ ਅੰਕੜਾ ਕੀ ਰਿਹਾ ਹੈ। ਮੌਤਾਂ ਦੇ ਅੰਕੜੇ ਦੇ ਉੱਤੇ ਨਜ਼ਰ ਪਾਈਏ ਤਾਂ 7 ਤਰੀਕ ਨੂੰ 271 ਮੌਤਾਂ, 7 ਜੂਨ ਦੇ 24 ਘੰਟੇ ਦਾ ਜਿਹੜਾ ਪੂਰਾ ਨਿਕਲ ਕੇ ਆਇਆ ਅੰਕੜਾ। ਤੇ ਉਸ ਤੋਂ ਬਾਅਦ 6 ਤਰੀਕ ਦਾ ਅੰਕੜਾ ਦੇਖੀਏ 287 ਤੇ 5 ਤਰੀਕ ਦਾ ਅੰਕੜਾ ਦੇਖੀਏ 294 ਸੀ। ਤਾਂ ਇਹ ਪੂਰਾ ਅੰਕੜਾ ਨਿਕਲ ਕੇ ਸਾਹਮਣੇ ਆਇਆ। ਇਸ ਤੋਂ ਬਾਅਦ ਅਸੀਂ ਰੁਕ ਕਰਦੇ ਹਾਂ ਕਿ 3 ਸਭ ਤੋਂ ਵੱਧ ਕੋਰੋਨਾ ਦੇ ਕੇਸ ਕਿੱਥੇ ਨੇ, ਮਤਲਬ 3 ਕਿਹੜੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬੇ ਨੇ। ਤਾਂ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਦੇ ਵਿੱਚ ਨੰਬਰ 1 ਦੇ ਉੱਤੇ ਹੈ ਮਹਾਰਾਸ਼ਟਰ। ਜੀ ਮਹਾਰਾਸ਼ਟਰ ਦੇ ਵਿੱਚ ਦੇਖੋ ਗ੍ਰਾਫ ਕਿੰਨਾ ਜ਼ਿਆਦਾ ਵੱਧ ਰਿਹਾ ਹੈ, 85,000 ਤੋਂ ਜ਼ਿਆਦਾ ਮਾਮਲੇ। ਉਸ ਤੋਂ ਬਾਅਦ ਆਉਂਦਾ ਨੰਬਰ ਤਮਿਲਨਾਡੂ ਦਾ। ਤਮਿਲਨਾਡੂ ਦੇ ਵਿੱਚ 31,000 ਤੋਂ ਜ਼ਿਆਦਾ ਮਾਮਲੇ। ਤੇ ਤਮਿਲਨਾਡੂ ਤੋਂ ਬਾਅਦ ਰੁੱਖ ਕਰੀਏ ਦਿੱਲੀ ਦਾ। ਇਹ ਟੌਪ 3 ਸਟੇਟਸ ਨੇ, 3 ਸਭ ਤੋਂ ਵੱਧ ਪ੍ਰਭਾਵਿਤ ਸੂਬੇ ਦੇਸ਼ ਦੇ ਵਿੱਚ। ਦਿੱਲੀ ਦਾ ਅਸੀਂ ਜ਼ਿਕਰ ਕਰੀਏ ਜਿੱਥੇ ਦੇ ਮੁੱਖ ਮੰਤਰੀ ਦੇ ਵਿੱਚ ਵੀ ਲੱਛਣ ਪਾਏ ਗਏ ਨੇ, ਤਾਂ ਦਿੱਲੀ ਦੇ ਅੰਕੜੇ ਤੁਹਾਡੇ ਸਾਹਮਣੇ ਨੇ ਕਿ 27,654 ਲੋਕਾਂ ਨੂੰ ਹੁਣ ਤੱਕ ਕੋਰੋਨਾ ਰਿਪੋਰਟ ਕੀਤਾ ਗਿਆ। ਹਾਲਾਂਕਿ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਕੋਰੋਨਾ ਤੋਂ ਮੁਕਤ ਵੀ ਹੋ ਚੁੱਕੇ ਨੇ, ਕੋਰੋਨਾ ਤੋਂ ਠੀਕ ਵੀ ਹੋ ਚੁੱਕੇ ਨੇ। ਹੁਣ ਅੱਗੇ ਵਧਦੇ ਹਾਂ ਤੇ ਹੁਣ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਕਿਹੜੇ 3 ਜ਼ਿਲ੍ਹੇ ਨੇ ਜਿਹੜੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ। ਇਹ 3 ਜ਼ਿਲ੍ਹੇ ਸ਼ੁਰੂਆਤ ਤੋਂ ਹੀ ਟੌਪ ਦੇ ਵਿੱਚ ਬਣੇ ਹੋਏ ਨੇ ਤੇ ਇਹਨਾਂ ਦੇ ਵਿੱਚ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ, ਇਹ 3 ਜ਼ਿਲ੍ਹੇ ਜਿਹੜੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ। ਅੰਮ੍ਰਿਤਸਰ ਦੇ ਵਿੱਚ 483 ਕੇਸਿਸ ਹੋ ਚੁੱਕੇ ਨੇ, ਜਦਕਿ ਜਲੰਧਰ ਦੇ ਵਿੱਚ 314 ਮਾਮਲੇ ਹੋ ਚੁੱਕੇ ਨੇ। ਉਸ ਤੋਂ ਬਾਅਦ ਤੁਸੀਂ ਦੇਖੋ ਲੁਧਿਆਣਾ ਦਾ ਨੰਬਰ ਹੈ 257 ਮਾਮਲੇ ਟੋਟਲ ਹੁਣ ਤੱਕ ਸਾਹਮਣੇ ਆ ਚੁੱਕੇ ਨੇ। ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਮਾਮਲੇ ਨੇ, ਯਾਨੀ ਕਿ ਕਿੰਨੇ ਐਕਟਿਵ ਕੇਸ ਨੇ, ਉਹ ਵੀ ਤੁਹਾਨੂੰ ਦੱਸਾਂਗੇ। ਪਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਹ 3 ਜ਼ਿਲ੍ਹੇ ਨੇ ਪੰਜਾਬ ਦੇ ਵਿੱਚ, ਜਿਨ੍ਹਾਂ ਦੇ ਵਿੱਚ ਇਸ ਸਮੇਂ ਐਕਟਿਵ ਕੇਸਿਸ ਵੀ ਬਹੁਤ ਨੇ। ਕਿਉਂਕਿ ਦੇਖੋ ਅੰਮ੍ਰਿਤਸਰ ਦੇ ਵਿੱਚ 11 ਲੋਕਾਂ ਦੀ ਮੌਤ ਹੈ, ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ 10 ਲੋਕਾਂ ਦੀ ਮੌਤ ਹੈ। ਜਲੰਧਰ ਦਾ ਮੈਂ ਰੁਕ ਕਰਾਂ ਤਾਂ ਜਲੰਧਰ 'ਚ 9 ਲੋਕਾਂ ਦੀ ਮੌਤ ਹੁਣ ਤੱਕ ਕੋਰੋਨਾ ਦੀ ਵਜ੍ਹਾ ਨਾਲ ਹੋ ਚੁੱਕੀ ਹੈ। ਟੋਟਲ ਪੰਜਾਬ ਦੇ ਵਿੱਚ 55 ਲੋਕਾਂ ਦੀ ਮੌਤ ਹੋਈ ਹੈ ਤੇ ਉਹਨਾਂ ਦੇ ਵਿੱਚੋਂ 29 ਮੌਤਾਂ ਇਹਨਾਂ 3 ਜ਼ਿਲ੍ਹਿਆਂ ਦੇ ਵਿੱਚ ਹੈ, ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ। ਤਾਂ ਇਹ 3 ਜ਼ਿਲ੍ਹਿਆਂ ਦਾ ਅਸੀਂ ਤੁਹਾਨੂੰ ਹਾਲ ਦੱਸ ਰਹੇ ਹਾਂ। ਦਰਅਸਲ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਤਾਂ ਇੱਕ ਵਾਰ ਇਹ ਹੋ ਗਿਆ ਸੀ ਕਿ ਜ਼ਿਲ੍ਹੇ ਕੋਰੋਨਾ ਮੁਕਤ ਹੋ ਗਏ। ਅੰਮ੍ਰਿਤਸਰ ਦਾ ਅਸੀਂ ਜ਼ਿਕਰ ਕਰੀਏ ਜਾਂ ਲੁਧਿਆਣਾ ਦਾ ਜਾਂ ਜਲੰਧਰ ਦਾ, ਮਾਮਲੇ ਬਹੁਤ ਨਾਮਮਾਤਰ ਰਹਿ ਗਏ ਸੀ। ਪਰ ਉਸ ਤੋਂ ਬਾਅਦ ਵੀ ਪਿਛਲੇ 4-5 ਦਿਨ ਦਾ ਜ਼ਿਕਰ ਕਰ ਲਈਏ, ਹਫ਼ਤੇ 10 ਦਿਨ ਦਾ ਜ਼ਿਕਰ ਕਰ ਲਈਏ, ਤਾਂ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ, ਇੱਕਾ ਦੁੱਕਾ ਕਰਕੇ ਜਾਂ ਫਿਰ ਬਲਕ ਦੇ ਵਿੱਚ ਵੀ ਮਾਮਲੇ ਸਾਹਮਣੇ ਆਏ ਨੇ। ਜਿਵੇਂ ਅੱਜ ਜਲੰਧਰ ਤੋਂ 14 ਮਾਮਲੇ ਰਿਪੋਰਟ ਕੀਤੇ ਗਏ। ਹੁਣ ਤੁਹਾਨੂੰ ਦੱਸਦੇ ਹਾਂ ਇੱਕ-ਇੱਕ ਕਰਕੇ ਸਾਰੇ ਜ਼ਿਲ੍ਹਿਆਂ ਦਾ ਹਾਲ, ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਇਸ ਸਮੇਂ ਹਾਲਾਤ ਕੀ ਨੇ। ਸ਼ੁਰੂਆਤ ਕਰਾਂਗੇ ਅੰਮ੍ਰਿਤਸਰ ਤੋਂ ਹੀ। ਅੰਮ੍ਰਿਤਸਰ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਤੇ ਤੁਹਾਨੂੰ ਜਿਵੇਂ ਮੈਂ ਜ਼ਿਕਰ ਕੀਤਾ ਕਿ 483 ਕੇਸਿਸ ਹੁਣ ਤੱਕ ਅੰਮ੍ਰਿਤਸਰ ਦੇ ਵਿੱਚ ਹੋ ਚੁੱਕੇ ਨੇ। ਟੋਟਲ ਕੇਸਿਸ ਇਹਨਾਂ ਦੇ ਵਿੱਚ ਜਿਹੜੇ ਲੋਕ ਠੀਕ ਹੋ ਗਏ ਨੇ ਉਹ ਵੀ ਵਿੱਚੇ ਨੇ। ਤੇ ਇਸ ਸਮੇਂ 346 ਲੋਕ ਅੰਮ੍ਰਿਤਸਰ ਦੇ ਵਿੱਚ ਕੋਰੋਨਾ ਨੂੰ ਮਾਤ ਦੇ ਚੁੱਕੇ ਨੇ। ਜਿਵੇਂ ਮੈਂ ਜ਼ਿਕਰ ਕੀਤਾ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਡਾ ਅੰਕੜਾ ਹੈ ਪੰਜਾਬ ਦੇ ਵਿੱਚ, ਸਭ ਤੋਂ ਵੱਧ ਮੌਤਾਂ ਅੰਮ੍ਰਿਤਸਰ ਦੇ ਵਿੱਚ ਹੁਣ ਤੱਕ ਹੋਈਆਂ ਨੇ।
11 ਮੌਤਾਂ। ਉਸ ਤੋਂ ਬਾਅਦ ਲੁਧਿਆਣਾ ਦਾ ਨੰਬਰ ਹੈ। ਤਾਂ ਐਕਟਿਵ ਕੇਸਿਸ ਦਾ ਮੈਂ ਜ਼ਿਕਰ ਕਰਾਂ ਤਾਂ ਇਸ ਸਮੇਂ ਅੰਮ੍ਰਿਤਸਰ ਦੇ ਵਿੱਚ ਐਕਟਿਵ ਮਾਮਲੇ ਜਿਹੜੇ ਕੋਰੋਨਾ ਤੋਂ ਪੀੜਤ ਨੇ 129 ਨੇ। ਇਹਨਾਂ ਅੰਕੜਿਆਂ ਨੂੰ ਕੈਲਕੂਲੇਟ ਕਰਕੇ ਅਸੀਂ ਤੁਹਾਨੂੰ ਦੱਸ ਰਹੇ ਹਾਂ 129 ਟੋਟਲ ਕੇਸਿਸ ਹੁਣ ਤੱਕ ਰਿਪੋਰਟ ਹੋਏ ਨੇ ਜਿਹੜੇ ਇਸ ਸਮੇਂ ਕੋਰੋਨਾ ਪੋਜ਼ਿਟਿਵ ਨੇ। ਉਸ ਤੋਂ ਬਾਅਦ ਅਸੀਂ ਰੁਕ ਕਰਦੇ ਹਾਂ ਜਲੰਧਰ ਦਾ। ਜਲੰਧਰ ਵੀ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਤੇ ਹੁਣ ਤੱਕ ਜਲੰਧਰ ਦੇ ਵਿੱਚ ਕੇਸਿਸ ਆ ਚੁੱਕੇ ਨੇ 314, 243 ਲੋਕ ਠੀਕ ਹੋ ਗਏ, 9 ਲੋਕਾਂ ਦੀ ਮੌਤ ਹੋ ਗਈ। ਇਹ ਬਹੁਤ ਗੰਭੀਰ ਜਿਹੜਾ ਲਾਜ਼ਮੀ ਤੌਰ ਤੇ ਨੰਬਰ ਹੈਗਾ। ਜਦੋਂ ਮੌਤਾਂ ਦੀ ਗਿਣਤੀ ਵੱਧਦੀ ਹੈ ਤਾਂ ਸਭ ਤੋਂ ਜ਼ਿਆਦਾ ਟੈਨਸ਼ਨ ਦੀ ਗੱਲ ਇਹੀ ਹੈ ਕਿ ਜੇ ਰਿਕਵਰ ਹੋ ਜਾਣ ਤਾਂ ਫਿਰ ਕੋਈ ਦਿੱਕਤ ਹੀ ਨਹੀਂ। ਖੈਰ ਐਕਟਿਵ ਕੇਸ ਇਸ ਸਮੇਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਜਲੰਧਰ ਦੇ ਵਿੱਚ 62 ਮਾਮਲੇ ਨੇ ਜਿਨ੍ਹਾਂ ਦਾ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ। ਉਸ ਤੋਂ ਬਾਅਦ ਮੈਂ ਲੁਧਿਆਣਾ ਦਾ ਰੁਖ ਕਰਾਂਗਾ। ਲੁਧਿਆਣਾ ਦੇ ਵਿੱਚ ਕੀ ਕੁਝ ਹਾਲ ਹੈ? ਜਿਵੇਂ ਸ਼ੁਰੂਆਤ 'ਚ ਦੱਸਿਆ ਸੀ ਕਿ 257 ਕੇਸਿਸ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਲੁਧਿਆਣਾ ਸ਼ਾਮਲ ਹੈ ਤਾਂ 257 ਟੋਟਲ ਮਾਮਲੇ ਹੁਣ ਤੱਕ ਰਿਪੋਰਟ ਹੋਏ ਨੇ। ਦੇਖੋ ਇੱਥੇ ਵੀ ਗਿਣਤੀ ਜਿਹੜੀ ਮੌਤਾਂ ਦੀ ਹੈ ਉਹ 10 ਹੈ। 10 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ ਲੁਧਿਆਣਾ ਦੇ ਵਿੱਚ। ਹਾਲਾਂਕਿ 164 ਲੋਕ ਠੀਕ ਵੀ ਹੋਏ ਨੇ ਤੇ 79 ਯਾਨੀ ਕਿ 79 ਲੋਕ ਅਜੇ ਵੀ ਕੋਰੋਨਾ ਤੋਂ ਪੀੜਤ ਨੇ। ਅਜੇ ਵੀ ਉਹਨਾਂ ਦੇ ਇਲਾਜ ਹਸਪਤਾਲਾਂ ਦੇ ਵਿੱਚ ਚੱਲ ਰਿਹਾ ਹੈ। ਇੱਕ ਵੱਡਾ ਅੰਕੜਾ ਹੈ। ਅੱਗੇ ਵਧਦੇ ਹਾਂ ਤੇ ਹੁਣ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਕੇਸਿਸ ਤਾਂ ਨਹੀਂ ਹੈਗੇ ਪਰ ਫਿਰ ਵੀ ਕੋਰੋਨਾ ਮੁਕਤ ਜ਼ਿਲ੍ਹਾ ਨਹੀਂ ਹੋਇਆ। 168 ਟੋਟਲ ਕੇਸਿਸ ਸੀ ਇੱਥੇ ਜਿਹੜੇ ਹੁਣ ਤੱਕ ਰਿਪੋਰਟ ਕੀਤੇ ਗਏ ਨੇ। 165 ਲੋਕ ਠੀਕ ਹੋ ਗਏ, ਇੱਕ ਸ਼ਖਸ ਦੀ ਮੌਤ ਹੋ ਗਈ। 2 ਇਸ ਸਮੇਂ ਐਕਟਿਵ ਮਾਮਲੇ ਹੈਗੇ ਨੇ ਤਰਨਤਾਰਨ ਦੇ ਵਿੱਚ। ਤਰਨਤਾਰਨ ਤੋਂ ਬਾਅਦ ਗੁਰਦਾਸਪੁਰ ਦਾ ਅਸੀਂ ਜ਼ਿਕਰ ਕਰਾਂਗੇ। ਗੁਰਦਾਸਪੁਰ 'ਚ ਇਸ ਸਮੇਂ ਕੀ ਹਾਲਾਤ ਨੇ? ਗੁਰਦਾਸਪੁਰ ਦੇ ਵਿੱਚ 153 ਕੇਸਿਸ ਟੋਟਲ ਹੁਣ ਤੱਕ ਰਿਪੋਰਟ ਕੀਤੇ ਗਏ ਨੇ। 133 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਨੇ, ਕੋਰੋਨਾ ਨੂੰ ਹਰਾ ਚੁੱਕੇ ਨੇ। ਜਦਕਿ ਉਸ ਤੋਂ ਬਾਅਦ ਜਿਹੜਾ ਤੁਸੀਂ ਅੰਕੜਾ ਦੇਖ ਰਹੇ ਹੋ 3 ਲੋਕਾਂ ਦੀ ਮੌਤ ਦਾ, ਇਹ ਵੀ ਜ਼ਰੂਰ ਪਰੇਸ਼ਾਨ ਕਰਨ ਵਾਲਾ। ਟੋਟਲ ਅਸੀਂ ਅੰਕੜਾ ਦੇਖੀਏ ਤਾਂ 17 ਬਣਦਾ। 17 ਲੋਕ ਜਿਹੜੇ ਇਸ ਸਮੇਂ ਵੀ ਕੋਰੋਨਾ ਤੋਂ ਪੀੜਤ ਨੇ। ਐਕਟਿਵ ਮਾਮਲੇ 17 ਹੈਗੇ ਨੇ। ਇਸ ਤੋਂ ਬਾਅਦ ਕੁਝ ਹੋਰ ਜ਼ਿਲ੍ਹਿਆਂ ਦਾ ਅਸੀਂ ਜ਼ਿਕਰ ਕਰਾਂਗੇ ਤੇ ਜ਼ਿਕਰ ਬਰਨਾਲਾ ਦਾ। ਬਰਨਾਲਾ ਦੇ ਵਿੱਚ ਕੀ ਕੁਝ ਹਾਲਾਤ ਨੇ? ਤਾਂ ਬਰਨਾਲਾ ਦੇ ਵਿੱਚ ਤੁਹਾਨੂੰ ਦੱਸ ਦਈਏ ਟੋਟਲ ਹੁਣ ਤੱਕ ਜਿਹੜੇ ਮਾਮਲੇ ਰਿਪੋਰਟ ਕੀਤੇ ਗਏ ਨੇ ਉਹਨਾਂ ਦੀ ਗਿਣਤੀ ਹੈ 27 ਮਾਮਲੇ ਹੁਣ ਤੱਕ ਰਿਪੋਰਟ ਕੀਤੇ ਗਏ ਨੇ। ਉਹਨਾਂ ਦੇ ਵਿੱਚੋਂ 21 ਲੋਕ ਠੀਕ ਹੋ ਚੁੱਕੇ ਨੇ ਜਦਕਿ ਇੱਕ ਸ਼ਖਸ ਦੀ ਮੌਤ ਹੋ ਗਈ। 5 ਐਕਟਿਵ ਮਾਮਲੇ ਇਸ ਸਮੇਂ ਵੀ ਹੈਗੇ ਨੇ। ਅਸੀਂ ਜ਼ਿਕਰ ਬਰਨਾਲਾ ਦਾ ਕਰ ਰਹੇ ਹਾਂ। ਬਰਨਾਲਾ ਤੋਂ ਬਾਅਦ ਅੱਗੇ ਵਧਦੇ ਹਾਂ ਪਠਾਨਕੋਟ ਦੇ ਵਿੱਚ 91 ਕੇਸਿਸ ਹੁਣ ਤੱਕ ਟੋਟਲ ਰਿਪੋਰਟ ਹੋ ਚੁੱਕੇ ਨੇ। 91 ਕੇਸ 100 ਦੇ ਵੱਲ ਗਿਣਤੀ ਵੱਧ ਰਹੀ ਹੈ। ਇੱਥੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ। ਉਹਨਾਂ ਦੇ ਵਿੱਚੋਂ 56 ਲੋਕ ਠੀਕ ਹੋ ਗਏ ਜਦਕਿ 4 ਲੋਕਾਂ ਦੀ ਮੌਤ ਪਠਾਨਕੋਟ ਦੇ ਵਿੱਚ ਹੁਣ ਤੱਕ ਹੋ ਚੁੱਕੀ ਹੈ। ਐਕਟਿਵ ਮਾਮਲੇ ਦੇਖੋ 31 ਕੇਸ ਅਜੇ ਵੀ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਹੈਗੇ ਨੇ। ਮਾਨਸਾ ਦਾ ਰੁਖ ਕਰਾਂਗੇ। ਮਾਨਸਾ ਦੇ ਵਿੱਚ ਵੀ 2 ਮਾਮਲੇ ਜਦੋਂ ਤੋਂ ਸਾਹਮਣੇ ਆਏ ਨੇ। ਕੋਰੋਨਾ ਮੁਕਤ ਹੋ ਗਿਆ ਸੀ ਪਰ ਵਾਪਸ ਇੱਥੇ ਮਾਮਲੇ ਸਾਹਮਣੇ ਆਉਣ ਦੇ ਨਾਲ ਥੋੜੀ ਟੈਨਸ਼ਨ ਜ਼ਰੂਰ ਵੱਧਦੀ ਹੈ। ਹਾਲਾਂਕਿ ਬਹੁਤ ਜ਼ਿਆਦਾ ਮਾਮਲੇ ਨਹੀਂ ਨੇ। 35 ਮਾਮਲੇ ਟੋਟਲ ਨੇ। 33 ਲੋਕ ਠੀਕ ਹੋ ਚੁੱਕੇ ਨੇ ਤੇ 2 ਐਕਟਿਵ ਕੇਸ ਮਾਨਸਾ ਦੇ ਵਿੱਚ। ਮਾਨਸਾ ਤੋਂ ਬਾਅਦ ਰੁਖ ਕਰਾਂਗੇ ਕਪੂਰਥਲਾ ਦਾ। ਕਪੂਰਥਲਾ ਦੇ ਵਿੱਚ ਐਕਟਿਵ ਕੇਸਿਸ ਹੈਗੇ ਨੇ 6 ਕਿਉਂਕਿ ਇੱਥੇ 42 ਟੋਟਲ ਮਾਮਲੇ ਹੁਣ ਤੱਕ ਰਿਪੋਰਟ ਕੀਤੇ ਗਏ। ਉਹਨਾਂ ਦੇ ਵਿੱਚੋਂ 33 ਲੋਕ ਠੀਕ ਹੋ ਗਏ। 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਦੇ ਵਿੱਚ 6 ਮਹੀਨੇ ਦੀ ਇੱਕ ਬੱਚੀ ਵੀ ਸ਼ਾਮਲ ਸੀ। ਤੁਹਾਨੂੰ ਯਾਦ ਹੋਏਗਾ ਅਸੀਂ ਲਗਾਤਾਰ ਜ਼ਿਕਰ ਉਹਨਾਂ ਦਾ ਕਰਦੇ ਹਾਂ। ਪੀਜੀਆਈ ਚੰਡੀਗੜ੍ਹ ਦੇ ਵਿੱਚ ਮੌਤ ਹੋਈ ਸੀ। ਅੱਜ ਇਸੇ ਤਰ੍ਹਾਂ ਇੱਕ ਹੋਰ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਜਿੱਥੇ 8 ਮਹੀਨੇ ਦੀ ਬੱਚੇ ਦੀ ਮੌਤ ਹੋਈ ਹੈ। ਤਾਂ ਇਸੇ ਕਰਕੇ ਵਾਰ-ਵਾਰ ਅਸੀਂ ਕਹਿ ਰਹੇ ਹਾਂ ਕਿ ਜਿਹੜੇ 10 ਸਾਲ ਤੋਂ ਛੋਟੇ ਬੱਚੇ ਨੇ ਉਹਨਾਂ ਨੂੰ ਬਾਹਰ ਨਾ ਕੱਢੋ। ਬਹੁਤ ਅਹਿਤਿਆਤ, ਖਾਸ ਤੌਰ ਤੇ ਜਿਹੜੇ ਨਵਜੰਮੇ ਬੱਚੇ ਨੇ, ਸਾਲ ਦੇ ਨੇ, 2 ਸਾਲ ਦੇ ਨੇ, ਛੋਟੇ ਨੇ, ਜਿਹੜੇ ਅਜੇ ਤੁਹਾਡੀ ਗੋਦੀ ਦੇ ਵਿੱਚ ਹੀ ਹੋਣਗੇ, ਉਹਨਾਂ ਨੂੰ ਬਹੁਤ ਤੁਹਾਨੂੰ ਧਿਆਨ ਰੱਖਣਾ ਹੋਵੇਗਾ। ਤਾਂ ਕਪੂਰਥਲਾ ਦਾ ਹਾਲ ਅਸੀਂ ਤੁਹਾਨੂੰ ਦੱਸਿਆ, ਉੱਥੇ 6 ਐਕਟਿਵ ਕੇਸਿਸ ਹੈਗੇ ਨੇ। ਉਸ ਤੋਂ ਬਾਅਦ ਮੈਂ ਬਠਿੰਡਾ ਦਾ ਰੁਖ ਕਰ ਲੈਣਾ। ਬਠਿੰਡਾ ਦੇ ਵਿੱਚ ਮੌਤ ਦੀ ਕੋਈ ਖਬਰ ਨਹੀਂ ਹੈ, ਰਾਹਤ ਭਰੀ ਖਬਰ ਹੈ। ਟੋਟਲ ਕੇਸਿਸ ਬਠਿੰਡਾ ਦੇ ਵਿੱਚ 62 ਹੁਣ ਤੱਕ ਰਿਪੋਰਟ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 50 ਲੋਕ ਠੀਕ ਹੋ ਗਏ ਯਾਨੀ ਕਿ 12 ਇਸ ਸਮੇਂ ਐਕਟਿਵ ਕੇਸ ਬਠਿੰਡਾ ਦੇ ਵਿੱਚ ਵੀ ਹੈਗੇ ਨੇ। ਬਠਿੰਡਾ ਤੋਂ ਬਾਅਦ ਰੁਖ ਕਰਦੇ ਹਾਂ ਗੱਲ ਹੋਵੇਗੀ ਫਾਜ਼ਿਲਕਾ ਦੀ। ਫਾਜ਼ਿਲਕਾ ਦੇ ਵਿੱਚ 50 ਟੋਟਲ ਮਾਮਲੇ ਹੁਣ ਤੱਕ ਰਿਪੋਰਟ ਹੋ ਚੁੱਕੇ ਨੇ। 50 ਦੇ ਵਿੱਚੋਂ ਠੀਕ ਹੋ ਗਏ ਨੇ 44। ਕੋਈ ਮੌਤ ਦੀ ਖਬਰ ਨਹੀਂ, ਰਾਹਤ ਭਰੀ ਖਬਰ ਹੈ। ਤੇ ਟੋਟਲ ਇਸ ਸਮੇਂ ਜੇਕਰ ਅੰਕੜਾ ਤੁਹਾਡੇ ਸਾਹਮਣੇ ਹੈ ਐਕਟਿਵ ਕੇਸਿਸ ਦਾ ਅਸੀਂ ਜ਼ਿਕਰ ਕਰੀਏ ਤਾਂ 6 ਮਾਮਲੇ ਇਸ ਸਮੇਂ ਐਕਟਿਵ ਨੇ ਯਾਨੀ ਕਿ 6 ਲੋਕਾਂ ਦਾ ਅਜੇ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ। ਉਸ ਤੋਂ ਬਾਅਦ ਰੁਖ ਕਰਦੇ ਹਾਂ ਫਿਰੋਜ਼ਪੁਰ ਦਾ। ਫਿਰੋਜ਼ਪੁਰ ਦੇ ਵਿੱਚ ਕੀ ਹਾਲ ਹੈ? ਫਿਰੋਜ਼ਪੁਰ ਦੇ ਵਿੱਚ ਰਾਹਤ ਹੈ। ਜਿਵੇਂ ਅਸੀਂ ਲਗਾਤਾਰ ਅਪਡੇਟ ਤੁਹਾਨੂੰ ਦੇ ਰਹੇ ਹਾਂ, ਇੱਥੇ ਕੋਈ ਨਵਾਂ ਮਾਮਲਾ ਨਹੀਂ। ਇਹ ਜ਼ਿਲ੍ਹਾ ਕੋਰੋਨਾ ਮੁਕਤ ਹੈ ਕਿਉਂਕਿ ਟੋਟਲ 44 ਕੇਸ ਨੇ, 43 ਉਹਨਾਂ ਦੇ ਵਿੱਚੋਂ ਠੀਕ ਹੋ ਗਏ, ਇੱਕ ਸ਼ਖਸ ਦੀ ਮੌਤ ਹੋ ਗਈ ਸੀ। ਇੱਥੇ ਕੋਈ ਵੀ ਐਕਟਿਵ ਕੇਸ ਇਸ ਸਮੇਂ ਨਹੀਂ ਹੈ। ਫਿਰੋਜ਼ਪੁਰ ਜ਼ਿਲ੍ਹਾ ਕੋਰੋਨਾ ਮੁਕਤ ਹੈ। ਉਸ ਤੋਂ ਬਾਅਦ ਰੁਖ ਕਰਦੇ ਹਾਂ ਫਤਿਹਗੜ੍ਹ ਸਾਹਿਬ ਦਾ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਕੀ ਹਾਲ ਹੈ। ਫਤਿਹਗੜ੍ਹ ਸਾਹਿਬ ਦੇ ਵਿੱਚ ਰਾਹਤ ਇੱਕ ਤਾਂ ਹੈ ਕਿ ਉੱਥੇ ਕਿਸੇ ਮੌਤ ਦੀ ਖਬਰ ਸਾਹਮਣੇ ਨਹੀਂ ਆਈ ਪਰ 70 ਮਾਮਲੇ ਟੋਟਲ ਹੁਣ ਤੱਕ ਰਿਪੋਰਟ ਹੋ ਚੁੱਕੇ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ। 58 ਲੋਕ ਉਹਨਾਂ ਦੇ ਵਿੱਚੋਂ ਠੀਕ ਹੋ ਗਏ ਤੇ ਸਿੱਧਾ ਮਤਲਬ ਹੈ ਕਿ 12 ਐਕਟਿਵ ਕੇਸ ਇਸ ਸਮੇਂ ਹੈਗੇ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ। ਫਤਿਹਗੜ੍ਹ ਸਾਹਿਬ ਤੋਂ ਬਾਅਦ ਅਸੀਂ ਰੁਕ ਕਰਾਂਗੇ ਮੋਗਾ ਦਾ। ਮੋਗਾ 'ਚ ਕੀ ਹਾਲ ਹੈ? ਮੋਗਾ ਵੀ ਕੋਰੋਨਾ ਮੁਕਤ ਹੋ ਗਿਆ ਸੀ, ਵਾਪਸ ਉੱਥੇ ਨਵੇਂ ਕੇਸ ਆ ਗਏ। 69 ਕੇਸਿਸ ਮੋਗਾ ਦੇ ਵਿੱਚ ਰਿਪੋਰਟ ਕੀਤੇ ਗਏ ਨੇ। 66 ਲੋਕ ਉਹਨਾਂ ਦੇ ਵਿੱਚੋਂ ਠੀਕ ਹੋ ਗਏ। 3 ਐਕਟਿਵ ਕੇਸਿਸ ਇਸ ਸਮੇਂ ਮੋਗਾ ਦੇ ਵਿੱਚ ਵੀ ਹੈਗੇ ਨੇ। ਤਾਂ 3 ਐਕਟਿਵ ਕੇਸਿਸ ਮਤਲਬ ਅਜੇ ਕੋਰੋਨਾ ਮੁਕਤਾ ਨਹੀਂ ਹੈ।
ਰੋਪੜ ਦਾ ਰੁਖ ਕਰਦੇ ਹਾਂ। ਰੋਪੜ ਦੇ ਵਿੱਚ ਇਸ ਸਮੇਂ ਕੀ ਕੁਝ ਹਾਲਾਤ ਹੈ ਤਾਂ ਰੋਪੜ ਦੇ ਵਿੱਚ ਥੋੜੀ ਜਿਹੀ ਰਾਹਤ ਦੀ ਖਬਰ ਹੈ, ਕਿਉਂਕਿ ਪਹਿਲਾਂ 10-11 ਐਕਟਿਵ ਕੇਸ ਚੱਲ ਰਹੇ ਸੀ, ਹੁਣ ਬਹੁਤ ਰਾਹਤ ਇਸ ਕਰਕੇ ਹੈ ਕਿਉਂਕਿ ਟੋਟਲ 71 ਮਾਮਲੇ, ਉਹਨਾਂ ਦੇ ਵਿੱਚੋਂ 68 ਲੋਕ ਠੀਕ ਹੋ ਗਏ ਤੇ ਇੱਕ ਸ਼ਖਸ ਦੀ ਮੌਤ ਹੋ ਗਈ ਸੀ। ਤੁਹਾਨੂੰ ਯਾਦ ਹੋਵੇਗਾ ਸ਼ੁਰੂਆਤੀ ਦਿਨਾਂ 'ਚ ਹੋਈ ਸੀ, ਜੋ ਚੰਡੀਗੜ੍ਹ ਪੀਜੀਆਈ 'ਚ ਜਿਸ ਦਾ ਇਲਾਜ ਚੱਲ ਰਿਹਾ ਸੀ। ਤਾਂ ਇਸ ਸਮੇਂ 2 ਐਕਟਿਵ ਕੇਸ, ਓਨਲੀ 2 ਐਕਟਿਵ ਕੇਸਿਸ ਰੋਪੜ ਦੇ ਵਿੱਚ ਬਾਕੀ ਨੇ। ਉਮੀਦ ਕਰਾਂਗੇ ਕਿ ਜਲਦ ਉਹਨਾਂ ਦੀ ਵੀ ਰਿਪੋਰਟ ਨੈਗੇਟਿਵ ਆਵੇ, ਸਿਹਤਯਾਬ ਹੋ ਜਾਣ। ਹੁਣ ਰੁਕ ਕਰਾਂਗੇ ਫਰੀਦਕੋਟ ਦਾ। ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇਸ ਸਮੇਂ ਕੀ ਕੁਝ ਹਾਲਾਤ ਹੈ। ਫਰੀਦਕੋਟ 'ਚ ਨੰਬਰ ਬਹੁਤ ਹੈ ਕਿਉਂਕਿ 12 ਇਸ ਸਮੇਂ ਐਕਟਿਵ ਕੇਸਿਸ ਹੈਗੇ ਨੇ। ਦੇਖੋ 75 ਟੋਟਲ ਤੁਹਾਨੂੰ ਗਿਣਤੀ ਨਜ਼ਰ ਆ ਰਹੀ ਹੋਏਗੀ। 75 ਕੇਸਿਸ ਰਿਪੋਰਟ ਕੀਤੇ ਗਏ, ਉਹਨਾਂ ਦੇ ਵਿੱਚੋਂ 63 ਮਰੀਜ਼ ਠੀਕ ਹੋ ਚੁੱਕੇ ਨੇ। 12 ਐਕਟਿਵ ਕੇਸ ਅਜੇ ਵੀ ਹੈਗੇ ਨੇ। ਜੇਕਰ ਅਸੀਂ ਫਰੀਦਕੋਟ ਦਾ ਜ਼ਿਕਰ ਕਰੀਏ, ਮੁਕਤਸਰ ਦਾ ਰੁਕ ਕਰਦੇ ਹਾਂ। ਮੁਕਤਸਰ ਦੇ ਵਿੱਚ ਇਸ ਸਮੇਂ ਕੀ ਹਾਲਾਤ ਹੈ। ਮੁਕਤਸਰ ਦੇ ਵਿੱਚ 4 ਕੇਸਿਸ ਇਸ ਸਮੇਂ ਐਕਟਿਵ ਨੇ। ਦੇਖੋ 71 ਟੋਟਲ ਰਿਪੋਰਟ ਕੀਤੇ ਗਏ, ਉਹਨਾਂ ਦੇ ਵਿੱਚੋਂ 67 ਮਰੀਜ਼ ਠੀਕ ਹੋ ਗਏ, ਮੌਤ ਕਿਸੇ ਦੀ ਨਹੀਂ ਹੋਈ। 4 ਐਕਟਿਵ ਕੇਸ ਇਸ ਸਮੇਂ ਹੈਗੇ ਨੇ। ਜੇ ਅਸੀਂ ਮੁਕਤਸਰ ਸਾਹਿਬ ਦਾ ਜ਼ਿਕਰ ਕਰੀਏ, ਅੱਗੇ ਵਧਦੇ ਹਾਂ ਸੰਗਰੂਰ ਦਾ ਜ਼ਿਕਰ ਕਰਾਂਗੇ। ਸੰਗਰੂਰ 'ਚ ਕੀ ਹਾਲ ਹੈ। ਦਰਅਸਲ ਸੰਗਰੂਰ ਦੇ ਵਿੱਚ ਵੀ ਕੇਸਿਸ ਤਾਂ ਇਸ ਸਮੇਂ ਬਹੁਤ ਸਾਰੇ ਨੇ ਜਿਹੜੇ ਐਕਟਿਵ ਮਾਮਲੇ ਨੇ, ਕਿਉਂਕਿ 15 ਐਕਟਿਵ ਮਾਮਲੇ ਇਸ ਸਮੇਂ ਵੀ ਸੰਗਰੂਰ 'ਚ ਨੇ। ਨੰਬਰ ਦੇਖੋ ਤੁਸੀਂ, 114 ਟੋਟਲ ਮਾਮਲੇ ਹੁਣ ਤੱਕ ਰਿਪੋਰਟ ਹੋਏ ਨੇ। ਠੀਕ ਹੋਣ ਵਾਲਿਆਂ ਦੀ ਗਿਣਤੀ 100 ਤੋਂ ਹੇਠ ਹੈ। 99 ਲੋਕ ਠੀਕ ਹੋਏ ਨੇ, ਮੌਤ ਕੋਈ ਨਹੀਂ ਹੋਈ। ਸੰਗਰੂਰ 'ਚ ਰਾਹਤ ਭਰੀ ਖਬਰ ਹੈ। ਇਸ ਕਰਕੇ ਇਸ ਸਮੇਂ 15 ਐਕਟਿਵ ਕੇਸਿਸ ਸੰਗਰੂਰ ਦੇ ਵਿੱਚ ਹੈਗੇ ਨੇ। ਅੱਗੇ ਵਧਦੇ ਹਾਂ, ਹੁਸ਼ਿਆਰਪੁਰ ਦਾ ਜ਼ਿਕਰ ਕਰਾਂਗੇ। ਹੁਸ਼ਿਆਰਪੁਰ ਦੇ ਵਿੱਚ ਮੌਤਾਂ ਦੀ ਗਿਣਤੀ, ਜਿਹੜੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਨੇ ਮੌਤਾਂ ਦੇ ਲਿਹਾਜ਼ ਨਾਲ, ਉਹਨਾਂ ਦੇ ਵਿੱਚ ਹੁਸ਼ਿਆਰਪੁਰ ਦਾ ਵੀ ਇੱਕ ਨਾਮ ਹੈ। ਹੁਸ਼ਿਆਰਪੁਰ ਦੇ ਵਿੱਚ ਨੰਬਰ ਦੇਖੋ ਤੁਸੀਂ, 135 ਟੋਟਲ ਕੇਸਿਸ ਹੁਣ ਤੱਕ ਰਿਪੋਰਟ ਹੋਏ ਨੇ। 118 ਉਹਨਾਂ ਦੇ ਵਿੱਚੋਂ ਮਰੀਜ਼ ਠੀਕ ਹੋ ਗਏ। 5 ਲੋਕਾਂ ਦੀ ਮੌਤ ਉਹਨਾਂ ਦੇ ਵਿੱਚੋਂ ਹੋ ਚੁੱਕੀ ਹੈ। ਤਾਂ ਇਹ ਵੀ ਅੰਕੜਾ ਬਹੁਤ ਵੱਡਾ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ। 12 ਐਕਟਿਵ ਕੇਸ ਇਸ ਸਮੇਂ ਵੀ ਹੁਸ਼ਿਆਰਪੁਰ ਦੇ ਵਿੱਚ ਹੈਗੇ ਨੇ। ਉਸ ਤੋਂ ਬਾਅਦ ਰੁਕ ਕਰਦੇ ਮੋਹਾਲੀ ਦਾ। ਮੋਹਾਲੀ ਦੇ ਵਿੱਚ ਵੀ 3 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ। ਟੋਟਲ ਕੇਸਿਸ ਗਿਣਤੀ ਕਰੀ ਅਸੀਂ 129 ਟੋਟਲ ਮਾਮਲੇ ਰਿਪੋਰਟ ਹੋ ਚੁੱਕੇ ਨੇ। 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 108 ਲੋਕਾਂ ਨੇ ਕਰੋਨਾ ਨੂੰ ਮਾਤ ਵੀ ਦਿੱਤੀ ਹੈ। ਅਸੀਂ ਮੋਹਾਲੀ ਜ਼ਿਲ੍ਹੇ ਦਾ ਜ਼ਿਕਰ ਕਰ ਰਹੇ ਹਾਂ। ਇਹ ਵੀ ਇੱਕ ਵੱਡਾ ਹੌਟਸਪੌਟ, ਇਹਨਾਂ ਦੇ ਵਿੱਚ ਵੀ ਡੇਰਾਬੱਸੀ ਦਾ ਇੱਕ ਪਿੰਡ ਜਵਾਹਰਪੁਰ, ਤੁਹਾਨੂੰ ਯਾਦ ਹੋਏਗਾ 1 ਲੱਖ ਤੋਂ 37-38 ਮਾਮਲੇ ਸਾਹਮਣੇ ਆ ਗਏ ਸੀ। ਖੈਰ ਇਸ ਸਮੇਂ ਦਾ ਅਪਡੇਟ ਅਸੀਂ ਤੁਹਾਨੂੰ ਦੱਸ ਰਹੇ ਹਾਂ। ਮੋਹਾਲੀ ਦੇ ਵਿੱਚ ਐਕਟਿਵ ਕੇਸਿਸ 18 ਹੀ ਨੇ। ਅੱਗੇ ਵਧਦੇ ਮੋਹਾਲੀ ਤੋਂ ਬਾਅਦ ਪਟਿਆਲਾ ਦਾ ਜ਼ਿਕਰ ਕਰਾਂਗੇ। ਪਟਿਆਲਾ 'ਚ ਕੀ ਕੁਝ ਇਸ ਸਮੇਂ ਹਾਲਾਤ, ਤਾਂ ਪਟਿਆਲਾ ਦੇ ਵਿੱਚ 142 ਟੋਟਲ ਕੇਸਿਸ ਹੁਣ ਤੱਕ ਰਿਪੋਰਟ ਕੀਤੇ ਗਏ ਨੇ। ਅੰਕੜਾ ਬਹੁਤ ਹੈ ਪਟਿਆਲਾ ਦੇ ਵਿੱਚ ਵੀ, ਤੇ 114 ਲੋਕ ਉਹਨਾਂ ਦੇ ਵਿੱਚੋਂ ਠੀਕ ਹੋ ਚੁੱਕੇ ਨੇ, ਜਦਕਿ ਮੌਤਾਂ ਦੀ ਗਿਣਤੀ ਦੇਖੋ ਤੁਸੀਂ 3 ਪਹੁੰਚੀ ਹੋਈ ਹੈ। ਇੱਥੇ ਵੀ 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਵੇਂ ਮੋਹਾਲੀ 'ਚ ਅਸੀਂ ਤੁਹਾਨੂੰ ਅੰਕੜਾ ਦੱਸਿਆ ਸੀ। ਟੋਟਲ ਇਸ ਸਮੇਂ ਮੈਂ ਜ਼ਿਕਰ ਕਰਾਂ ਐਕਟਿਵ ਕੇਸਿਸ ਦੀ, ਤਾਂ ਪਟਿਆਲਾ ਜ਼ਿਲ੍ਹਾ ਦੇ ਵਿੱਚ 25 ਐਕਟਿਵ ਕੇਸ ਅਜੇ ਵੀ ਹੈਗੇ ਨੇ। ਪਟਿਆਲਾ ਤੋਂ ਬਾਅਦ ਅਸੀਂ ਰੁਕ ਕਰਾਂਗੇ ਨਵਾਂ ਸ਼ਹਿਰ ਦਾ। ਨਵਾਂ ਸ਼ਹਿਰ ਦੇ ਵਿੱਚ ਕੀ ਕੁਝ ਹਾਲਾਤ ਹੈ। ਨਵਾਂ ਸ਼ਹਿਰ ਦੇ ਵਿੱਚ 10 ਐਕਟਿਵ ਕੇਸ ਅਜੇ ਵੀ ਹੈਗੇ ਨੇ। 120 ਟੋਟਲ ਐਕਟਿਵ ਰਿਪੋਰਟ ਕੀਤੇ ਗਏ ਟੋਟਲ ਕੇਸਿਸ, ਉਹਨਾਂ ਦੇ ਵਿੱਚ ਐਕਟਿਵ ਵੀ ਨੇ, ਠੀਕ ਹੋਏ ਵੀ ਲੋਕ ਵੀ ਨੇ। 120 ਰਿਪੋਰਟ ਕੀਤੇ ਗਏ, 109 ਲੋਕ ਠੀਕ ਹੋ ਗਏ, ਜਦਕਿ ਇੱਕ ਸ਼ਖਸ ਦੀ ਮੌਤ ਹੋ ਗਈ ਸੀ। ਤੁਸੀਂ ਟੋਟਲ ਅੰਕੜਾ ਦੇਖੋ ਤਾਂ ਇਸ ਸਮੇਂ 10 ਐਕਟਿਵ ਮਾਮਲੇ ਹੈਗੇ ਨੇ ਜਿਹੜੇ ਕਿ ਕਰੋਨਾ ਤੋਂ ਪ੍ਰਭਾਵਿਤ ਨੇ, ਯਾਨੀ ਕਿ ਜਿਹੜੇ ਅਜੇ ਵੀ ਐਕਟਿਵ ਕੇਸ ਨੇ। ਉਮੀਦ ਕਰਾਂਗੇ ਕਿ ਜਿਹੜੇ ਐਕਟਿਵ ਕੇਸ ਇਸ ਸਮੇਂ ਪੰਜਾਬ ਦੇ ਵਿੱਚ ਹੈਗੇ ਨੇ ਉਹ ਵੀ ਜਲਦ ਸਿਹਤਯਾਬ ਹੋਣਗੇ ਤੇ ਉਹਨਾਂ ਨੂੰ ਵੀ ਜਲਦ ਰਾਹਤ ਉਹਨਾਂ ਤੱਕ ਪਹੁੰਚੇਗੀ। ਤੇ ਪੂਰੇ ਪੰਜਾਬ ਦਾ ਅਸੀਂ ਅਪਡੇਟ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਕੀ ਕੁਝ ਹਾਲਾਤ ਨੇ, ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਐਕਟਿਵ ਮਾਮਲੇ ਨੇ, ਕਿੰਨੀਆਂ ਹੁਣ ਤੱਕ ਮੌਤਾਂ ਹੋਈਆਂ ਨੇ, ਕਿੰਨੇ ਮਾਮਲੇ ਰਿਪੋਰਟ ਕੀਤੇ ਗਏ ਨੇ। ਪਰ ਹੁਣ ਰੁਕ ਕਰਾਂਗੇ, ਕਰੋਨਾ ਦਾ ਅਪਡੇਟ ਦੇ ਰਹੇ ਹਾਂ, ਪੂਰੇ ਦੇਸ਼ ਦਾ ਦਿੱਤਾ ਹੈ, ਤਾਂ ਹੁਣ ਗੁਆਂਢੀ ਸੂਬੇ ਹਰਿਆਣਾ ਦਾ ਹਾਲ ਵੀ ਤੁਹਾਡੇ ਤੱਕ ਪਹੁੰਚਾਵਾਂਗੇ। ਹਰਿਆਣਾ ਦੇ ਵਿੱਚ ਜ਼ਬਰਦਸਤ ਤਰੀਕੇ ਦੇ ਨਾਲ ਕੋਰੋਨਾ ਦੇ ਮਾਮਲੇ ਵਧ ਰਹੇ ਨੇ, ਖਾਸ ਤੌਰ ਤੇ ਗੁਰੂਗ੍ਰਾਮ ਸਭ ਤੋਂ ਵੱਡੀ ਟੈਨਸ਼ਨ ਹੈ, ਸਿਰਫ ਹਰਿਆਣਾ ਦੇ ਲਈ ਨਹੀਂ ਬਲਕਿ ਪੂਰੇ ਦੇਸ਼ ਦੇ ਲਈ। ਇਹ ਜ਼ਿਲ੍ਹਾ ਹਰਿਆਣਾ ਦਾ ਚਿੰਤਾ ਦਾ ਸਬਬ ਬਣਿਆ ਹੋਇਆ ਹੈ। ਵੱਡੀ ਖਬਰ ਇਸ ਸਮੇਂ ਅਸੀਂ ਤੁਹਾਨੂੰ ਦੱਸ ਰਹੇ ਹਾਂ, ਗੁਰੂਗ੍ਰਾਮ ਦੇ ਵਿੱਚ ਇੱਕ ਦਿਨ ਦੇ ਵਿੱਚ 243 ਮਾਮਲੇ ਰਿਪੋਰਟ ਕੀਤੇ ਗਏ ਨੇ। 2 ਲੋਕਾਂ ਦੀ ਮੌਤ ਹੋਈ ਹੈ। ਫਰੀਦਾਬਾਦ ਦੇ ਵਿੱਚ ਕੋਰੋਨਾ ਦੇ 99 ਨਵੇਂ ਕੇਸ ਸਾਹਮਣੇ ਆਏ ਨੇ। ਸੋਨੀਪਤ ਦੇ ਵਿੱਚ 57 ਨਵੇਂ ਕੇਸ ਸਾਹਮਣੇ ਆਏ ਨੇ। ਹਿਸਾਰ ਦੇ ਵਿੱਚ ਕੋਰੋਨਾ ਕਰਕੇ ਇੱਕ ਸ਼ਖਸ ਦੀ ਮੌਤ ਹੋ ਗਈ ਹੈ। ਇਹ ਸਾਰੇ ਮਾਮਲੇ ਅੱਜ ਦੇ ਨੇ, ਸੋਮਵਾਰ ਦੇ ਦਿਨ ਦੇ। ਗੁਰੂਗ੍ਰਾਮ ਦੇ ਵਿੱਚ ਕੁੱਲ ਕੇਸਿਸ ਦੀ ਗਿਣਤੀ ਦੇਖੋ 2100 ਤੋਂ ਪਾਰ, 2165 ਮਾਮਲੇ ਹੁਣ ਤੱਕ ਹੋ ਚੁੱਕੇ ਨੇ। 6 ਲੋਕਾਂ ਦੀ ਮੌਤ ਸਿਰਫ ਗੁਰੂਗ੍ਰਾਮ ਦੇ ਵਿੱਚ ਹੋ ਚੁੱਕੀ ਹੈ। ਫਰੀਦਾਬਾਦ ਦੇ ਵਿੱਚ ਕੁੱਲ ਕੇਸਿਸ ਦੀ ਗਿਣਤੀ 860 ਤੱਕ ਪਹੁੰਚ ਚੁੱਕੀ ਹੈ। ਸੋਨੀਪਤ ਦੇ ਵਿੱਚ ਕੁੱਲ ਕੇਸਿਸ ਦੀ ਗਿਣਤੀ 483 ਤੱਕ ਪਹੁੰਚ ਚੁੱਕੀ ਹੈ। ਇਹ ਬਹੁਤ ਵੱਡਾ ਅੰਕੜਾ, ਬਹੁਤ ਤੇਜ਼ੀ ਦੇ ਨਾਲ 5000 ਦੇ ਕਰੀਬ ਇਸ ਸਮੇਂ ਕੋਰੋਨਾ ਦੇ ਮਾਮਲੇ ਹਰਿਆਣਾ ਦੇ ਵਿੱਚ ਪਹੁੰਚ ਚੁੱਕੇ ਨੇ, ਤੇ ਜਿਨ੍ਹਾਂ ਦੇ ਵਿੱਚੋਂ 3000 ਤੋਂ ਜ਼ਿਆਦਾ ਮਾਮਲੇ ਤਾਂ ਇਹਨਾਂ 3 ਜ਼ਿਲ੍ਹਿਆਂ ਦੇ ਵਿੱਚ ਨੇ। 2165 ਮਾਮਲੇ ਗੁਰੂਗ੍ਰਾਮ ਦੇ ਵਿੱਚ, ਉਸ ਤੋਂ ਬਾਅਦ ਫਰੀਦਾਬਾਦ ਦੇ ਵਿੱਚ 860 ਮਾਮਲੇ, ਸੋਨੀਪਤ ਦੇ ਵਿੱਚ 483 ਮਾਮਲੇ। ਦਿੱਲੀ ਐਨਸੀਆਰ ਦਾ ਪੂਰਾ ਇਲਾਕਾ ਜੋ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਸ ਸਮੇਂ ਨਜ਼ਰ ਆ ਰਿਹਾ ਹੈ। ਤੇ ਤੁਹਾਨੂੰ ਦੱਸ ਦਈਏ ਕਿ ਹਿਸਾਰ ਦੇ ਵਿੱਚ ਕੋਰੋਨਾ ਦੀ ਵਜ੍ਹਾ ਨਾਲ ਇੱਕ ਸ਼ਖਸ ਦੀ ਮੌਤ ਹੋਈ ਹੈ। 2 ਮੌਤਾਂ ਦੀ ਖਬਰ ਗੁਰੂਗ੍ਰਾਮ ਤੋਂ ਵੀ ਨਿਕਲ ਕੇ ਸਾਹਮਣੇ ਆਈ। ਉੱਥੇ ਵੀ ਕੋਰੋਨਾ ਆਪਣਾ ਪੂਰਾ ਕਹਿਰ ਦਿਖਾ ਰਿਹਾ ਹੈ।
ਹੁਣ ਅੱਗੇ ਵਧਦੇ ਹਾਂ ਤੇ ਤੇਜ਼ ਤਰ੍ਹਾਂ ਤਰੀਕੇ ਦੇ ਨਾਲ ਦੇਖਾਂਗੇ ਪੰਜਾਬ ਦੀਆਂ, ਹਰਿਆਣਾ ਦੀਆਂ, ਹਿਮਾਚਲ ਦੀਆਂ ਤੇ ਨਾਲ-ਨਾਲ ਪੂਰੇ ਦੇਸ਼ ਦੀਆਂ ਖਬਰਾਂ ਕਿ ਇਸ ਸਮੇਂ ਪੂਰੇ ਦਿਨ 'ਚ ਅਪਡੇਟ ਕੀ ਕੁਝ ਰਿਹਾ ਹੈ। ਰਾਧਾ ਸਵਾਮੀ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਨੇ ਕੋਰੋਨਾ ਦੇ ਮੱਦੇਨਜ਼ਰ ਡੇਰਾ 31 ਅਗਸਤ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ। ਡੇਰਾ ਮੁਖੀ ਨੇ ਕਿਹਾ ਕਿ ਇਸ ਤੋਂ ਬਾਅਦ ਹਾਲਾਤ ਦੇ ਮੱਦੇਨਜ਼ਰ ਅਗਲਾ ਫੈਸਲਾ ਲਿਆ ਜਾਵੇ। ਸਰਕਾਰ ਨੇ ਮੰਦਰ, ਮਾਲਸ ਅਤੇ ਰੈਸਟੋਰੈਂਟ ਖੋਲ੍ਹ ਦਿੱਤੇ ਨੇ, ਪਰ ਲੋਕ ਅਜੇ ਵੀ ਕੋਰੋਨਾ ਦੀ ਦਹਿਸ਼ਤ ਦੇ ਵਿੱਚ ਨੇ, ਜਿਸ ਕਾਰਨ ਬਠਿੰਡਾ ਦੇ ਮਾਲਸ ਦੇ ਵਿੱਚ ਕਾਫੀ ਘੱਟ ਲੋਕ ਨਜ਼ਰ ਆਏ। ਧਾਰਮਿਕ ਸਥਾਨ ਖੋਲ੍ਹਣ ਦੇ ਬਾਵਜੂਦ ਫਤਿਹਾਬਾਦ ਦੇ ਵਿੱਚ ਸ਼ਰਧਾਲੂ ਸ਼ਿਵਲਿੰਗ ਤੇ ਦੁੱਧ ਅਤੇ ਫਲ ਨਹੀਂ ਚੜਾ ਸਕੇ। ਕੋਰੋਨਾ ਦੀ ਦਹਿਸ਼ਤ ਕਾਰਨ ਸੰਗਤ ਨੂੰ ਦੂਰ ਤੋਂ ਹੀ ਦਰਸ਼ਨ ਕਰਨੇ ਪਏ। 2.5 ਮਹੀਨੇ ਤੋਂ ਬੰਦ ਪਏ ਧਾਰਮਿਕ ਸਥਾਨ ਖੁੱਲ ਗਏ ਨੇ। ਗੋਹਾਣਾ ਦੇ ਵਿੱਚ ਪਹਿਲੇ ਦਿਨ ਕਾਫੀ ਘੱਟ ਸੰਗਤ ਮੰਦਿਰ ਤੇ ਗੁਰਦੁਆਰੇ ਪਹੁੰਚੀ। ਧਾਰਮਿਕ ਸਥਾਨਾਂ 'ਚ ਸ਼ਰਧਾਲੂਆਂ ਦੇ ਲਈ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਅਨਲੌਕ 1 ਦੇ ਵਿੱਚ ਜਿਮ ਨਾ ਖੋਲਣ ਕਾਰਨ ਜਿਮ ਮਾਲਕ ਨਿਰਾਸ਼ ਨੇ। ਕਰਨਾਲ ਦੇ ਵਿੱਚ ਜਿਮ ਮਾਲਕ ਡੰਬਲ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਣ ਦੇ ਲਈ ਉਹਨਾਂ ਦੇ ਦਫ਼ਤਰ ਪਹੁੰਚੇ। ਅੱਗੇ ਵਧਦੇ ਹਾਂ, ਕੁਝ ਹੋਰ ਖਬਰਾਂ ਵਿਸਥਾਰ ਦੇ ਨਾਲ ਦੇਖਾਂਗੇ। ਮੋਗਾ ਦੀ ਮੰਡੀ ਦੇ ਵਿੱਚ ਅੱਜ ਇਲਾਕੇ ਦੇ ਐਸਪੀ ਪਹੁੰਚੇ ਤੇ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ, ਕਿਉਂਕਿ ਸੋਸ਼ਲ ਡਿਸਟੈਂਸਿੰਗ ਜਾਂ ਹੋਰ ਨਿਯਮ ਦੀ ਪਾਲਣਾ ਤਾਂ ਲਾਜ਼ਮੀ ਤੌਰ ਤੇ ਕਰਨੀ ਹੋਵੇਗੀ। ਕੀ ਕੁਝ ਹੋਇਆ ਉੱਥੇ, ਰਿਪੋਰਟ ਦੀ। कोरोना के बढ़ रहे खतरे विचाले लगातार सावधानी वरतन की अपील की जा रही। सूबे के मुख्य मंत्री कैप्टन अमरिंदर सिंह तकरीबन अपने हर बयान लोगों को सुचेत रहने की हदायत दे रहे हैं, खुद का ध्यान रखने की अपील कर रहे हैं, पर कुछ लोग हैं कि इस बीमारी की गंभीरता को समझण लई तैयार ही नहीं। अजे लोगों ते नकेल कसन लई थां-थां प्रशासन वालों सख्त कार्रवाई भी की जा रही है। मास्क ना पाउण अते सोशल डिस्टेंसिंग का ख्याल ना रखण ते मोगा की मंडी च लोगों के चलान कट्टे गए। 5 ਚਲਾਨ ਅਸੀਂ ਕੱਟੇ ਨੇ ਜਿਨ੍ਹਾਂ ਨੇ ਮਾਸਕ ਨਹੀਂ ਲਾਏ ਸੀ, ਤੇ 8 ਚਲਾਨ ਅਸੀਂ ਕੱਟੇ ਆ ਤਕਰੀਬਨ ਜਿਨ੍ਹਾਂ ਨੇ ਸੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਕੀਤੀ ਸੀ। 8 ਚਲਾਨ ਸਾਰੇ ਕੱਟੇ ਗਏ। ਕਈ ਆੜਤੀਆਂ ਦਾ ਇਤਰਾਜ਼ ਹੈ ਵੀ ਸਾਡੇ ਬਿਨਾਂ ਵਜ੍ਹਾ ਚਲਾਨ ਕੱਟੇ ਗਏ। ਨਹੀਂ ਜੀ, ਨਹੀਂ, ਬਿਨਾਂ ਵਜ੍ਹਾ ਨਹੀਂ ਕੱਟੇ ਗਏ। ਤਕਰੀਬ ਉਹਨਾਂ ਦੀ ਫੋਟੋਗ੍ਰਾਫੀ ਕਰਕੇ ਫਿਰ ਚਲਾਨ ਕੱਟੇ ਗਏ। ਇਹ ਨਿਯਮਾਂ ਦੀ ਪਾਲਣਾ ਨਹੀਂ ਸੀ ਕਰ ਰਹੇ। ਹਾਂਜੀ ਹਾਂਜੀ, ਨਿਯਮਾਂ ਦੀ ਉਲੰਘਣਾ ਕਰ ਰਹੇ ਸੀਗੇ, ਉਸ ਸੰਬੰਧ ਚਲਾਨ ਕੱਟੇ। दरअसल इलाके के एसपी खुद जायजा लैण निकले सन, जदों वेखिया तां लोग नियमां नूं छिक्के टंग इधर उधर हो रहे सन। आखिरकार मास्क ना पाउण ते 5 अते सोशल डिस्टेंसिंग दा ध्यान ना रखण ते 6 लोकां दे चलान कट्टे गए। स्थानक दुकानदारां विचों कुछ ने विरोध भी किया, पर पुलिस ने एक ना सुनी। साडे सौदे विकण दे, जे सौदा विकदा पिछे करो कित्ते रखीए। जे कोई गाहक आउंदा उहनूं अंदर तार दिंदे आ। 2-2000 रुपया ਸਾਨੂੰ ਜੁਰਮਾਨਾ ਕਰਦਾ, ਬਿਨਾ ਪੁੱਛੋ 2-2000 ਕਾਹਦਾ ਕਰਦਾ ਜੁਰਮਾਨਾ ਇਹਨਾਂ ਨੇ। ਕਿੰਨੇ ਨੇ ਕੀਤਾ ਜੁਰਮਾਨਾ ਤਾਂ ਨਹੀਂ? ਮਾਰਕੀਟ ਕਮੇਟੀ ਨਾਲ ਹੈ, ਡੀਐਸਪੀ ਨਾਲ ਹੈ। ਅੱਛਾ, ਕਾਹਦੇ ਜੁਰਮਾਨੇ ਲੈ ਕੇ ਸਾਡੇ ਕੋਲ ਪੜ ਕੇ ਜੁਰਮਾਨੇ ਕਾਹਦੇ ਕਰ ਰਹੇ ਨੇ? ਸਾਡੇ ਸੌਦੇ ਛੱਡ ਕੇ ਆਉਂਦੇ ਆ। ਬਲਿਆਜ ਦੀ ਬਿਨਾ ਗੱਲਬਾਤ ਤੋਂ ਧੱਕਾ। ਅੱਛਾ, ਧੱਕਾ ਕਰਦੇ, ਧੱਕਾ, ਕੋਈ ਗੱਲਬਾਤ ਨਹੀਂ। पंजाब विच कोरोना के मामले लगातार सामने आ रहे हैं। अजे कोरोना तो बचण का इक्को एक जरिया है सावधानी अते नियमां दी पालना। सरकार वालों जारी हिदायतां दी पालना करो अते खुद नूं अते अपने परिवार नूं सुरक्षित रखो। मोगा तो दीपक सिंगला दे नाल ब्यूरो रिपोर्ट न्यूज़ 18।